ਵਾਹਿਗੁਰੂ ਸਾਹਿਬ ਜੀ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਿਰ ਛਾਵਾ ਤੇਰੇ। ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ। ਜੀ ਜੰਤ ਸਭ ਸ਼ਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ। ਜੋ ਤੁਧ ਭਾਵੈ ਸੋਈ ਚੰਗਾ, ਇਕ ਨਾਨਕ ਕੀ ਅਰਦਾਸੇ। ਪਰਮ ਸਨਮਾਨ ਜੁਗ, ਜੁਗੋ ਜੁਗ ਅਟਲ। ਸ਼ਬਦ ਸ਼ਤਰ ਤਖਤ ਦੇ ਮਾਲਕ ਸ਼ਬਦ ਸਤਿਗੁਰੂ। ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਸਜ ਬੈਠੀ ਸਾਧ ਸੰਗਤ ਜੀ। ਕਰੋ ਰਸਨਾ ਪਵਿੱਤਰ, ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਮਿਹਰਮਤ ਸਦਕਾ ਆਪਾਂ ਗੁਰੂ ਦਰਬਾਰ ਦੇ ਵਿੱਚ ਜੁੜ ਬੈਠੇ ਹਾਂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਆਪਾਂ ਸਾਰੇ ਆਪਣੇ ਮਨੋਂ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਜੋ ਮੱਤ ਹੈ ਉਸ ਨੂੰ ਗ੍ਰਹਿਣ ਕਰਨਾ ਹੈ। ਇਸ ਸੰਸਾਰ ਦੇ ਵਿੱਚ ਕੁੱਲ ਮਖਲੂਕਾਤ ਜਿਤਨੀ ਵੀ ਹੈ, ਜੀਵ ਜੰਤੂ ਹਨ, ਪੇੜ ਪੌਦੇ ਹਨ, ਮਨੁੱਖ ਹਨ, ਉਸੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਬਣਾਏ ਹੋਏ ਹਨ। ਇਹ ਸਭ ਉਸ ਨੇ ਪੈਦਾ ਕੀਤੇ ਹੋਏ ਨੇ। ਧਰਮ ਦੀ ਦੁਨੀਆ ਦੇ ਵਿੱਚ ਇਨਸਾਨ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਪੂਜਾ ਕਰਦਾ ਹੈ। ਪੂਜਾ ਦੇ ਜਿਹੜੇ ਅਰਥ ਨੇ ਉਹ ਇਹ ਹਨ ਕਿ ਸਤਿਕਾਰ ਕਰਨਾ, ਸਨਮਾਨ ਕਰਨਾ। ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਪ੍ਰਭੂ ਦੀ ਪੂਜਾ ਕਰਨੀ, ਅਰਚਨਾ ਕਰਨੀ। ਸੰਸਾਰ ਦੇ ਵਿੱਚ ਜਿਤਨੇ ਵੀ ਧਰਮ ਹਨ, ਆਪੋ ਆਪਣੇ ਸਿਧਾਂਤ ਦੇ ਮੁਤਾਬਕ ਉਸੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਪੂਜਾ ਕਰਦੇ ਹਨ। ਆਪਣੇ ਇਸ਼ਟ ਦੀ ਪੂਜਾ ਕਰਦੇ ਹਨ, ਸਤਿਕਾਰ ਕਰਦੇ ਹਨ। ਆਪਣੇ ਇਸ਼ਟ ਨੂੰ, ਆਪਣੇ ਦੇਵਤੇ ਨੂੰ ਰਿਝਾਉਣ ਵਾਸਤੇ ਉਪਰਾਲਾ ਕਰਦੇ ਹਨ। ਤਰ੍ਹਾਂ ਤਰ੍ਹਾਂ ਦੇ ਫੁੱਲ ਲੈ ਕਰਕੇ ਜਾਂ ਕਈ ਪ੍ਰਕਾਰ ਦੇ ਭੋਜਨ ਤਿਆਰ ਕਰਕੇ ਜਾਂ ਇਸ਼ਨਾਨ ਕਰਕੇ ਉਸ ਪਰਮਾਤਮਾ ਦੀ ਖੁਸ਼ੀ ਵਾਸਤੇ ਪੂਜਾ ਅਰਚਨਾ ਕਰਦੇ ਨੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਜੋ ਭਗਤਾਂ ਪਿਆਰਿਆਂ ਨੇ ਸਿਧਾਂਤ ਸਰਵਣ ਕਰਵਾਇਆ ਹੈ ਕਿ ਅਸੀਂ ਪੂਜਾ ਕਿਸ ਤਰੀਕੇ ਦੇ ਨਾਲ ਕਰਨੀ ਹੈ। ਉਸੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਪ੍ਰਭੂ ਦੀ ਪੂਜਾ ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂ, ਕਿਉਂਕਿ ਪੂਜਾ ਕਰਨ ਵਾਲਾ ਜਿਹੜਾ ਹੈ ਉਸ ਨੂੰ ਪੁਜਾਰੀ ਕਿਹਾ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ
ਕਿ ਜਿਹੜਾ ਠਾਕੁਰ ਦੀ ਆਗਿਆ ਦੇ ਵਿੱਚ ਚੱਲਣ ਵਾਲਾ ਹੈ, ਜਿਹੜਾ ਪਰਮਾਤਮਾ ਦੇ ਹੁਕਮ ਦੇ ਵਿੱਚ ਜੀਵਨ ਬਤੀਤ ਕਰਦਾ ਹੈ, ਉਹ ਸਦਾ ਹੀ ਪੁਜਾਰੀ ਹੈ। ठाकुर का सेवक आज्ञाकारी, ठाकुर का सेवक सदा पुजारी। कि जेड़ा ठाकुर का सेवक है, आज्ञा दे विच चलण वाला, हुक्म दे विच चलण वाला, हुक्म दी पालना करन वाला, वो सदा ही पुजारी है। धर्म की दुनिया दे विच केवल पुजारी उस नूं कहा गया है जेड़ा किसी मंदिर दे विच ਜਾਂ ਕਿਸੇ ਸਥਾਨ ਦੇ ਉੱਤੇ ਪੂਜਾ ਕਰਦਾ ਹੈ। ਪਰ ਹਰ ਇਨਸਾਨ ਪੁਜਾਰੀ ਹੈ ਜਿਹੜਾ ਪਰਮਾਤਮਾ ਦਾ ਸਨਮਾਨ ਕਰਦਾ ਹੈ, ਪਰਮਾਤਮਾ ਦਾ ਸਤਿਕਾਰ ਕਰਦਾ ਹੈ, ਪ੍ਰਭੂ ਨੂੰ ਰਿਝਾਉਣ ਵਾਸਤੇ ਉਸ ਦੇ ਹੁਕਮ ਦੇ ਵਿੱਚ ਚੱਲਦਾ ਹੈ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਭਗਤ ਸਹਿਬਾਨਾਂ ਦੀ ਜੋ ਬਾਣੀ ਹੈ, ਸਤਿਕਾਰਯੋਗ ਭਗਤ ਸਾਹਿਬ ਭਗਤ ਰਵਿਦਾਸ ਜੀ ਨੇ ਇਹ ਪੂਜਾ ਦੀ ਪ੍ਰਥਾਏ ਪਾਵਨ ਸ਼ਬਦ ਉਚਾਰਨ ਕੀਤਾ ਹੈ ਕਿ ਪੂਜਾ ਕਰਨ ਵਾਸਤੇ ਸਾਨੂੰ ਜਿਹੜੀ ਸਮੱਗਰੀ ਚਾਹੀਦੀ ਹੈ, ਜਿਸ ਸਮੱਗਰੀ ਨੂੰ ਅਸੀਂ ਆਪਣੇ ਇਸ਼ਟ ਦੇ ਅੱਗੇ, ਆਪਣੇ ਦੇਵਤੇ ਦੇ ਅੱਗੇ ਲੈ ਕੇ ਜਾਂਦੇ ਹਾਂ, ਪ੍ਰਭੂ ਨੂੰ ਰਿਝਾਉਣਾ ਹੈ, ਪ੍ਰਭੂ ਨੂੰ ਖੁਸ਼ ਕਰਨਾ ਹੈ, ਉਸ ਸਮੱਗਰੀ ਦੇ ਵਿੱਚ ਜਿਹੜੀਆਂ ਵਸਤੂਆਂ ਨੇ ਉਹ ਸੁੱਚੀਆਂ ਹੋਣੀਆਂ ਚਾਹੀਦੀਆਂ। ਕਿਉਂਕਿ ਜਿੱਥੇ ਸਾਡਾ ਪਿਆਰ ਹੈ, ਜਿੱਥੇ ਸਾਡਾ ਪ੍ਰੇਮ ਹੈ, ਅਸੀਂ ਆਪਣੇ ਪ੍ਰੇਮੀ ਦੇ ਕੋਲ ਜਿਹੜਾ ਤੋਹਫਾ ਲੈ ਕੇ ਜਾਣਾ ਹੈ, ਜਿਹੜੀ ਭੇਟਾ ਲੈ ਕੇ ਜਾਣੀ ਹੈ, ਉਹ ਸੁੱਚੀ ਹੋਣੀ ਚਾਹੀਦੀ ਹੈ, ਉਹ ਸਾਫ਼ ਹੋਣੀ ਚਾਹੀਦੀ ਹੈ। ਤੇ ਭਗਤ ਰਵਿਦਾਸ ਜੀ ਅੰਤਰ ਧਿਆਨ ਹੋ ਕੇ ਵੇਖਦੇ ਨੇ, ਆਪਣੀ ਮਾਤਾ ਜੀ ਨੂੰ ਸੰਬੋਧਨ ਕਰਕੇ ਕਹਿੰਦੇ, ਮਾਤਾ ਜੀ ਮੈਨੂੰ ਇਹ ਦੱਸੋ ਵੀ ਸੰਸਾਰ ਦੇ ਵਿੱਚ ਪੂਜਾ ਕਰਨ ਵਾਸਤੇ ਜਿਹੜੀ ਸਮੱਗਰੀ ਲੈ ਕੇ ਲੋਕ ਜਾਂਦੇ ਨੇ, ਇਹ ਤੇ ਝੂਠੀ ਹੈ, ਇਹ ਤੇ ਸੁੱਚੀ ਨਜ਼ਰ ਹੀ ਨਹੀਂ ਆ ਰਹੀ। ਇਹ ਕਿਸ ਤਰ੍ਹਾਂ ਪੂਜਾ ਹੋ ਸਕਦੀ ਹੈ? ਫਿਰ ਆਪਾਂ ਆਪਣੇ ਪ੍ਰਭੂ ਪਰਮਾਤਮਾ ਨੂੰ, ਇਸ਼ਟ ਨੂੰ ਕਿਵੇਂ ਰਿਝਾ ਸਕਦੇ ਹਾਂ? ਤੇ ਸਤਿਗੁਰੂ ਪਾਤਸ਼ਾਹ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਬੋਲ ਨੇ, ਭਗਤ ਰਵਿਦਾਸ ਜੀ ਦੀ ਪਾਵਨ ਬਾਣੀ ਹੈ, ਗੂਜਰੀ ਰਾਗ ਦੇ ਵਿੱਚ ਅੰਕਿਤ ਹੈ। ਤੇ ਭਗਤ ਰਵਿਦਾਸ ਜੀ ਕਹਿੰਦੇ, ਦੂਧ ਤਾਂ ਬਛੜੈ ਥਨੋ ਬਿਟਾਰਿਓ। ਕਹਿੰਦੇ ਧਰਮ ਦੀ ਦੁਨੀਆ ਦੇ ਅੰਦਰ ਆਪਣੇ ਇਸ਼ਟ ਦਾ ਇਸ਼ਨਾਨ ਕਰਵਾਉਣ ਵਾਸਤੇ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ, ਦੁੱਧ ਦੇ ਨਾਲ ਇਸ਼ਨਾਨ ਕਰਵਾਇਆ ਜਾਂਦਾ ਹੈ, ਜਾਂ ਫੁੱਲ ਚੜਾਏ ਜਾਂਦੇ ਹਨ, ਫੁੱਲਾਂ ਦੇ ਹਾਰ ਪਹਿਨਾਏ ਜਾਂਦੇ ਨੇ, ਫੁੱਲ ਛਿੜਕੇ ਜਾਂਦੇ ਨੇ, ਜਿਹੜੇ ਫੁੱਲਾਂ ਦੇ ਨਾਲ ਵੀ ਪੂਜਾ ਹੁੰਦੀ ਹੈ। ਕੋਈ ਜਲ ਦੇ ਨਾਲ ਇਸ਼ਨਾਨ ਕਰਵਾਉਂਦਾ ਹੈ, ਤੀਰਥ ਤੇ ਜਾ ਕਰਕੇ ਆਪਣੇ ਇਸ਼ਟ ਪਰਮਾਤਮਾ ਨੂੰ ਰਿਝਾਉਣ ਵਾਸਤੇ ਜਲ ਦੀ ਵਰਤੋਂ ਕਰਦਾ ਹੈ, ਜਲ ਦੇ ਨਾਲ ਇਸ਼ਨਾਨ ਕਰਦਾ ਹੈ, ਤੇ ਉਸ ਜਲ ਦੇ ਨਾਲ ਹੀ ਪੂਜਾ ਅਰਚਨਾ ਕਰਦਾ ਹੈ। ਪਰ ਭਗਤ ਰਵਿਦਾਸ ਜੀ ਕਹਿੰਦੇ, ਮੇਰੀ ਨਜ਼ਰ ਦੇ ਵਿੱਚ ਜਲ ਵੀ ਸੁੱਚਾ ਨਹੀਂ ਹੈ, ਇਹ ਫੁੱਲ ਵੀ ਜਿਹੜੇ ਝੂਠੇ ਹਨ, ਤੇ ਮੈਂ ਆਪਣੇ ਪ੍ਰੇਮੀ ਪਿਆਰੇ ਪਰਮਾਤਮਾ ਨੂੰ ਰਿਝਾਉਣ ਵਾਸਤੇ ਇਹ ਭੇਟਾ ਮੈਨੂੰ ਤੇ ਤੁੱਛ ਜਾਪਦੀ ਹੈ ਕਿ ਇਹ ਝੂਠੀ ਭੇਟਾ ਜਿਹੜੀ ਹੈ ਪ੍ਰਭੂ ਨੂੰ ਰਿਝਾਉਣ ਵਾਸਤੇ ਅਰਪਣ ਨਹੀਂ ਕੀਤੀ ਜਾ ਸਕਦੀ। ਪਾਵਨ ਸ਼ਬਦ ਹੈ, ਦੂਧ ਤਾਂ ਬਛੜੈ ਥਨੋ ਬਿਟਾਰੇ। ਜਿਹੜਾ ਦੁੱਧ ਹੈ ਨਾ, ਉਹ ਜਿਸ ਗਾਂ ਨੇ ਦੁੱਧ ਦੇਣਾ ਹੈ ਜਾਂ ਜਿਸ ਮੱਝ ਨੇ ਦੁੱਧ ਦੇਣਾ ਹੈ, ਉਹਦਾ ਜਿਹੜਾ ਬੱਚਾ ਹੈ, ਜਿਵੇਂ ਗਾਂ ਦਾ ਬੱਚਾ ਹੈ, ਜਦੋਂ ਦੁੱਧ ਚੋਣਾ ਹੈ ਤੇ ਉਹ ਬੱਚੇ ਨੂੰ ਛੱਡਿਆ ਜਾਂਦਾ ਹੈ, ਉਸ ਦੁੱਧ ਨੂੰ ਚੁੰਘਦਾ ਹੈ, ਤੇ ਉਸ ਥਣ ਦੇ ਵਿੱਚੋਂ ਜਦੋਂ ਦੁੱਧ ਨਿਕਲਦਾ ਹੈ ਤੇ ਉਹ ਦੁੱਧ ਪੂਜਾ ਵਾਸਤੇ ਆਪਾਂ ਵਰਤਦੇ ਹਾਂ। ਪਰ ਉਹ ਦੁੱਧ ਤੇ ਉਸ ਬੱਚੇ ਨੇ ਪਹਿਲਾਂ ਹੀ ਝੂਠਾ ਕਰ ਦਿੱਤਾ ਹੈ, ਉਹ ਤੇ ਪੂਜਾ ਤੇ ਲੈ ਕੇ ਰਿਹਾ ਨਹੀਂ। ਫਿਰ ਕਹਿੰਦੇ ਨੇ, ਦੂਧ ਤਾਂ ਬਛੜੈ ਥਨੋ ਬਿਟਾਰਿਓ ਫੂਲ ਭਵਰ। ਭਵਰ ਜਿਹੜਾ ਹੈ ਉਹ ਫੁੱਲ ਦੀ ਸੁਗੰਧੀ ਲੈਂਦਾ ਹੈ, ਤੇ ਫੁੱਲ ਜਿਹੜੇ ਪੂਜਾ ਅਰਚਨਾ ਵਾਸਤੇ ਆਪਾਂ ਲੈ ਕੇ ਚੱਲੇ ਆ, ਉਹਨਾਂ ਫੁੱਲਾਂ ਨੂੰ ਤੇ ਪਹਿਲੋਂ ਭੌਰੇ ਨੇ ਝੂਠਾ ਕਰ ਦਿੱਤਾ, ਭੌਰੇ ਨੇ ਸੁੰਘ ਲਿਆ।
ਜਲ ਮੀਨ ਵਿਗਾਰੇ। ਜਿਹੜਾ ਜਲ ਹੈ ਇਹਨੂੰ ਮੀਨ ਮੱਛੀ ਨੇ ਮੈਲਾ ਕਰ ਦਿੱਤਾ ਹੈ। ਸਤਿਗੁਰੂ ਪਾਤਸ਼ਾਹ ਦੇ ਪਾਵਨ ਬੋਲ ਨੇ 42 ਲੱਖ ਜੀ ਜਲ ਮੈਂ ਹੋਤੇ ਬੀਠਲ ਪਹਿਲਾ ਕਾਏ ਕਰੇ। ਕਹਿੰਦੇ 42 ਲੱਖ ਜੀਵ ਜਿਹੜਾ ਪਾਣੀ ਦੇ ਵਿੱਚ ਹੀ ਹੈ, ਉਹ ਪਾਣੀ ਦੇ ਵਿੱਚ ਹੀ ਜਨਮ ਲੈਂਦਾ ਹੈ, ਪਾਣੀ ਦੇ ਵਿੱਚ ਹੀ ਖਤਮ ਹੋ ਜਾਂਦਾ ਹੈ। ਪਾਣੀ ਦੇ ਵਿੱਚ ਜੀਵ ਹੀ ਇੱਕ ਦੂਜੇ ਨੂੰ ਖਾਂਦੇ ਨੇ। ਉਹ ਪਾਣੀ ਵੀ ਮੈਲਾ ਹੈ, ਪਾਣੀ ਵੀ ਸਾਫ਼ ਨਹੀਂ। ਤੇ ਭਗਤ ਰਵਿਦਾਸ ਜੀ ਦੀ ਫਿਲਾਸਫੀ ਬਹੁਤ ਗਹਿਰੀ ਹੈ। ਉਹ ਕਹਿੰਦੇ ਦੂਤ ਤਾਂ ਬਛੜੇ ਥਨੋਂ ਬਿਟਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ। ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ, ਅਵਰ ਨ ਫੂਲ ਅਨੂਪ ਨਾ ਪਾਵੋ। ਕਹਿੰਦੀ ਹੈ ਮੇਰੀ ਮਾਤਾ, ਮੈਂ ਫਿਰ ਗੋਬਿੰਦ ਦੀ ਪੂਜਾ ਕੀ ਲੈ ਕਰਕੇ ਚੜਾਵਾਂ, ਕੀ ਭੇਟਾ ਗੋਬਿੰਦ ਦੇ ਅਰਪਣ ਕਰਾਂ? ਕਿਉਂਕਿ ਫੁੱਲ ਵੀ ਸੁੱਚੇ ਨਹੀਂ ਹਨ, ਪਾਣੀ ਵੀ ਸੁੱਚਾ ਨਹੀਂ ਹੈ, ਦੁੱਧ ਵੀ ਸੁੱਚਾ ਨਹੀਂ ਹੈ। ਮੈਨੂੰ ਕਿਤੋਂ ਫੁੱਲ ਸੁੱਚੇ ਨਹੀਂ ਮਿਲ ਸਕਦੇ। ਅਵਰ ਨਾ ਫੂਲ ਅਨੂਪ ਨਾ ਪਾਵਾਂ। ਕਿਤੇ ਮੈਂ ਇਹ ਮਨ ਧਾਗਾ ਕਿਸਮਤਹੀਣਾ ਕਿਤੇ ਐਵੇਂ ਨਾ ਰਹਿ ਜਾਵਾਂ ਕਿ ਪੂਜਾ ਕਰ ਨਾ ਸਕਾਂ, ਮੈਨੂੰ ਪੂਜਾ ਦੇ ਲਾਇਕ ਸਮੱਗਰੀ ਮਿਲ ਨਾ ਸਕੇ ਤੇ ਮੈਂ ਉਸ ਅਨੂਪ ਤੋਂ ਵਾਂਝਾ ਹੀ ਰਹਿ ਜਾਵਾਂ, ਉਸ ਪਰਮਾਤਮਾ ਨੂੰ ਪਾ ਹੀ ਨਾ ਸਕਾਂ। ਮੈਨੂੰ ਕੋਈ ਤਰੀਕਾ ਦੱਸੋ। ਫਿਰ ਅੱਗੇ ਭਗਤ ਰਵਿਦਾਸ ਜੀ ਉਚਾਰਨ ਕਰਦੇ ਨੇ, ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੋ, ਅਵਰ ਨ ਫੂਲ ਅਨੂਪ ਨ ਪਾਵੋ। ਕਹਿੰਦੇ ਮੈਂ ਲਾਗਤ ਮੇਰੀ ਹੈ ਭੁਯੰਗਾ। ਕਹਿੰਦੇ ਜਿਹੜਾ ਚੰਦਨ ਹੈ, ਚੰਦਨ ਨੂੰ ਵੀ ਪੂਜਾ ਦੀ ਸਮੱਗਰੀ ਦੇ ਵਿੱਚ ਗਿਣਿਆ ਜਾਂਦਾ ਹੈ। ਹਵਨ ਜਗ ਜਿਹੜੇ ਚੰਦਨ ਦੀ ਲੱਕੜ ਦੇ ਨਾਲ ਹੀ ਕੀਤੇ ਜਾਂਦੇ ਨੇ ਤੇ ਚੰਦਨ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਭਗਤ ਰਵਿਦਾਸ ਜੀ ਕਹਿੰਦੇ ਪਰ ਮੇਰੀ ਨਜ਼ਰ ਦੇ ਵਿੱਚ ਚੰਦਨ ਵੀ ਜਿਹੜਾ ਹੈ ਉਹ ਝੂਠਾ ਕਰ ਦਿੱਤਾ ਹੈ, ਕਿਉਂਕਿ ਉਸ ਦੇ ਨਾਲ ਸੱਪ ਲਪੇਟੇ ਹੋਏ ਹਨ। ਚੰਦਨ ਜਿਸ ਸਥਾਨ ਤੇ ਵੀ ਹੋਵੇਗਾ ਉਸ ਦੇ ਨਾਲ ਸੱਪ ਲਪੇਟੇ ਹੁੰਦੇ ਨੇ। ਸੱਪ ਉਸ ਦੀ ਖੁਸ਼ਬੂ ਲੈਂਦੇ ਨੇ, ਸੱਪ ਉਸ ਨੂੰ ਚੱਟਦੇ ਨੇ। ਮੈਂ ਲਾਗਰ ਬੇਰੀ ਹੈ ਭੁਯੰਗਾ, ਬਿਖ ਅੰਮ੍ਰਿਤ ਬਸੈ ਇੱਕ ਸੰਗਾ। ਵਿਦਵਾਨਾਂ ਨੇ ਅਰਥ ਕੀਤੇ ਨੇ ਕਿ ਜ਼ਹਿਰ ਤੇ ਅੰਮ੍ਰਿਤ ਜਿਹੜਾ ਹੈ ਸਮੁੰਦਰ ਦੇ ਵਿੱਚੋਂ ਮੰਨਿਆ ਜਾਂਦਾ ਨਿਕਲਿਆ ਤੇ ਉਸ ਸਮੁੰਦਰ ਦੇ ਵਿੱਚੋਂ ਜਦੋਂ ਮੰਥਨ ਕੀਤਾ ਹੈ, ਪੁਰਾਤਨ ਜੋ ਜ਼ਿਕਰ ਮਿਲਦਾ ਹੈ, ਕਹਿੰਦੇ ਸਮੁੰਦਰ ਦੇ ਵਿੱਚੋਂ ਹੀ ਅੰਮ੍ਰਿਤ ਤੇ ਜ਼ਹਿਰ ਨਿਕਲਿਆ। ਵਿਦਵਾਨਾਂ ਨੇ ਇਹ ਵੀ ਅਰਥ ਕੀਤਾ ਹੈ ਕਿ ਉੱਥੇ ਅੰਮ੍ਰਿਤ ਤੇ ਜ਼ਹਿਰ ਦੋਵੇਂ ਇੱਕ ਥਾਂ ਤੇ ਵਸਦੇ ਨੇ। ਦੂਸਰਾ ਅਰਥ ਜੋ ਵਿਦਵਾਨ ਕਰਦੇ ਨੇ ਕਿ ਚੰਦਨ ਦੇ ਵਿੱਚ ਖੁਸ਼ਬੂ ਰੂਪੀ ਅੰਮ੍ਰਿਤ ਹੈ ਤੇ ਸੱਪ ਦੇ ਅੰਦਰ ਜ਼ਹਿਰ ਹੈ ਤੇ ਉਹ ਵੀ ਇੱਕ ਥਾਂ ਤੇ ਵਸਦੇ ਨੇ, ਪਰ ਚੰਦਨ ਨੂੰ ਸੱਪ ਨੇ ਚੱਟ ਕੇ ਝੂਠਾ ਕਰ ਦਿੱਤਾ ਹੈ। ਪੂਜਾ ਦੇ ਲਾਇਕ ਇਹ ਵੀ ਨਹੀਂ ਰਿਹਾ। ਫਿਰ ਅੱਗੇ ਕਹਿੰਦੇ ਨੇ, ਧੂਪ ਦੀਪ ਨਹੀਂ ਬੇਤੇ ਬਾਸਾ। ਕਹਿੰਦੇ ਧੂਪ ਜਿਹੜੀ ਹੈ ਸੁਗੰਧੀ ਕਰਨ ਵਾਸਤੇ ਧੂਪ ਜਲਾਉਂਦੇ ਨੇ ਤੇ ਧੂਪ ਵੀ ਸੁੱਚਾ ਜਿਹੜਾ ਹੈ। ਭਗਤ ਰਵਿਦਾਸ ਜੀ ਕਹਿੰਦੇ ਮੈਨੂੰ ਨਜ਼ਰ ਨਹੀਂ ਆ ਰਿਹਾ। ਦੀਪਕ ਜਗਾਉਣਾ, ਦੀਵਾ ਬਾਲਣਾ, ਕਹਿੰਦੇ ਜਦੋਂ ਦੁੱਧ ਝੂਠਾ ਹੋ ਗਿਆ ਫਿਰ ਘਿਓ ਸੁੱਚਾ ਨਹੀਂ ਬਣੇਗਾ। ਜੇ ਮਾਰਕੀਟ ਦੇ ਵਿੱਚੋਂ ਵੇਖੀਏ ਮਿਲਾਵਟ ਵਾਲਾ ਮਿਲੇਗਾ ਤੇ ਸੁੱਚਾ ਨਹੀਂ ਹੈ। ਉਸ ਦੇ ਨਾਲ ਫਿਰ ਦੀਪਕ ਸੁੱਚਾ ਕਿਵੇਂ ਬਣ ਗਿਆ? ਦੀਪਕ ਵੀ ਸੁੱਚਾ ਨਹੀਂ ਜਗਾਇਆ ਜਾ ਸਕਦਾ। ਨਹੀਂ ਵੇਦ ਕਹਿੰਦੇ ਨੇ ਭੋਜਨ ਤਿਆਰ ਕਰਕੇ, ਕਈ ਤਰ੍ਹਾਂ ਦਾ ਭੋਜਨ ਤਿਆਰ ਕਰਕੇ ਆਪਣੇ ਇਸ਼ਟ ਦੇ ਅੱਗੇ, ਆਪਣੇ ਦੇਵਤੇ ਦੇ ਅੱਗੇ ਅਰਪਣ ਕਰਨਾ ਤੇ ਭੋਗ ਲਵਾਉਣਾ, ਉਹਨੂੰ ਕਹਿੰਦੇ ਨੈਵੇਦ। ਬਾਸਾ ਕਹਿੰਦੇ ਸੁਗੰਧੀ ਨੂੰ। ਕਹਿੰਦੇ ਧੂਪ ਦੀਪ ਤੇ ਨੈਵੇਦ ਦੀ ਜਿਹੜੀ ਇਹਨੂੰ ਤਿਆਰ ਕਰਨ ਲੱਗਿਆ ਸੁਗੰਧੀ ਤੇ ਪਹਿਲਾਂ ਹੀ ਲੈ ਲਈ ਗਈ ਹੈ। ਇਹ ਵੀ ਪਰਮਾਤਮਾ ਦੀ ਰਿਝਾਉਣ ਵਾਸਤੇ ਇਹ ਵੀ ਤੁੱਛ ਹੈ, ਕਿਉਂਕਿ ਸੁੱਚਾ ਇਹ ਵੀ ਨਹੀਂ ਹੈ। ਧੂਪ ਦੀਪ ਨਹੀਂ ਬੇਤੇ ਬਾਸਾ, ਕੈਸੇ ਪੂਜ ਕਰੋ ਤੇਰੀ ਦਾਸਾ। ਇਹ ਦਾਸ ਕਿਵੇਂ ਤੇਰੀ ਪੂਜਾ ਕਰੇ ਵਾਹਿਗੁਰੂ ਜੀ?
हे प्रभु जी तुसीं आप दसो कि ये सारियां चीज़ां जिहड़ियां पूजा दी समग्री वालियां हन ये सारियां झूठियां हन। गुरबाणी दे विच पावन शब्द मिलदे ने कि गोबर झूठा, चौका झूठा, झूठी दीनी कारा। कहंदे गोबर भी झूठा है, चौका भी झूठा है, झूठी करसी परोसण लग, जिस करसी दे नाल साग भाजी बनाई जाती वो भी झूठा है। हर चीज झूठी है क्योंकि अंदर परमात्मा नहीं वसिया होया। ते भगत कबीर जी कहते कहो कबीर तेई नर सूचे साची परी विचार, कि जिन्हां दा विचार सच्ची है वही सूचा है, बाकी सब कुछ झूठा है। ते भगत रविदास जी कहते ने कि मेरे कोल समग्री बाकी कोई नजर नहीं आती पूजा वाली, कि मैं किस दे नाल अपने प्रभु नूं रिझावां, किस दे नाल उस नूं खुश कर सकां, क्योंकि प्रेम भेटा मेरे कोल बाकी बचदी है, होर कुछ नजर नहीं आउंदा। इंसान जिहड़ा ये सोचदा है कि मैं पूजा दी समग्री लैके अपने प्रभु परमात्मा नूं रिझा लवां, मैं फुल अर्पण कर लवां, मैं तीर्थां ते इशनान कर लवां जां जल दे नाल इशनान करवा लवां अपने इष्ट देव दा, जां दुध दे नाल इशनान करवा लवां, दुध पिया लवां, लेकिन ये वस्तुआं पूजा दी समग्री जो है ये सुची नहीं है। इत्थे काम मुक नहीं जांदा। परमात्मा वाले पासे नूं चलण वास्ते ये एक साधन हो सकदा है, एक शुरुआत हो सकती है, लेकिन जे आपां कहिए केवल फुल चढ़ा के, केवल जल दे नाल इशनान करवा के जां दुध दे नाल इशनान करवा के आपां प्रभु नूं रिझा लवांगे ते सतगुरु पातशाह जी फरमान करदे ने इस तरह परमात्मा प्रभु नूं रिझाया नहीं जा सकदा। ते भगत रविदास जी कहंदे फिर की ऐसी भेटा लैके वाहिगुरू दे चरणां विच, प्रभु दे चरणां विच रखां, ताकि मेरा प्रीतम प्यारा जिहड़ा है वो मेरे ते खुश हो जावे। फिर साडे कोल बचदा की है? आप सवाल करोगे कि जे सारियां चीज़ां सुचियां नहीं झूठियां ने ते फिर असीं प्रभु दी हजूरी दे विच लैके की जाना, अर्पण की करना है। ते भगत रविदास जी इस शब्द विच फरमान करदे ने तन मन अर्पो पूज चराओ, कहंदे तन ते मन जिहड़ा है वो अर्पण कर। जिन्हां ने तन अर्पण कर दिता उन्हां ने प्रभु परमात्मा दी खुशी प्राप्त कर ली। तन अर्पण कर देना, वो फिर पढ़ते ने कबीर मेरा मुझ में किछ नहीं, जो किछ है सो तेरा, तेरा तुझको सौंपते क्या लागे मेरा। कहंदे ये शरीर, ये तन, ये सब कुछ तेरा है। वो केवल थोड़ी बहुत अर्पण करके, कोई पूजा की समग्री केवल अर्पण करके आपां नहीं जताउंदे कि असीं प्रभु नूं रिझा लिया। उते सारा कुछ ही तन जिहड़ा है वो परमात्मा नूं अर्पण कर दिंदे ने। जिन्हां ने तन अर्पण कर दिता, जिन्हां ने परमात्मा नूं सब कुछ समर्पित कर दिता, उन्हां दी अज आपां याद मनाउने हां। साहिब सतगुरु श्री गुरु अर्जन देव महाराज जी, उन्हां ने अपने आप नूं परमात्मा दे अर्पण कर दिता। उन्हां ने तन लेखे ला दिता, मन लेखे ला दिता। जिन्हां ने तन अर्पण कर दिता वो तत्तियां तवियां ते बैठ जांदे ने, तत्तियां तवियां ते बैठ करके अपने तन नूं कहंदे परमात्मा जी ये तुहाडा है, ये सब कुछ तुहाडा ही है, ये तन साडा नहीं है। जिन्हां ने तन अर्पण कर दिता वो बंद बंद कटवा लेंदे ने, जिन्हां ने तन अर्पण कर दिता वो खोपरियां लुहा लेंदे ने, क्योंकि वो कहंदे ने ये तन असीं भेटा कर दिता है। ते मन तन मन अर्पो पूज चराओ, मन जिहड़ा है वो भी गुरु दे अर्पण कर देना, मन भी प्रभु परमात्मा दे अर्पण कर देना, भेटा कर देना। मन बेचै सतगुर के पास, तिस सेवक कै कारज रास। जिन्हां ने मन
ਅਰਪਣ ਕਰ ਦਿੱਤਾ, ਮਨ ਗੁਰੂ ਨੂੰ ਭੇਟ ਕਰ ਦਿੱਤਾ, ਉਹਨਾਂ ਦੇ ਕਾਰਜ ਰਾਸ। ਭਗਤ ਰਵਿਦਾਸ ਜੀ ਕਹਿੰਦੇ ਨੇ ਇਹ ਪੂਜਾ ਦੀ ਸਮੱਗਰੀ ਵਿੱਚੋਂ ਮੈਨੂੰ ਕੁਝ ਸੁੱਚਾ ਨਜ਼ਰ ਨਹੀਂ ਆਉਂਦਾ ਤੇ ਮੇਰੇ ਕੋਲ ਬਾਕੀ ਇਹੀ ਬਚਦਾ ਹੈ, ਤਨ ਮਨ ਅਰਪੋ ਪੂਜ ਚਰਾਵੋ। ਇਹ ਮੈਂ ਪੂਜਾ ਕਰਾਂ, ਇਹ ਮੈਂ ਅਰਪਣ ਕਰਦਿਆਂ, ਇਹ ਸਮੱਗਰੀ ਲੈ ਕੇ ਮੈਂ ਚੜਾ ਦਿਆਂ। ਗੁਰ ਪ੍ਰਸਾਦ ਨਿਰੰਜਨ ਪਾਓ। ਨਿਰੰਜਨ ਕਹਿੰਦੇ ਕਾਲਕ ਤੂੰ ਰਹਿਤ ਤੇ ਮਾਇਆ ਤੂੰ ਰਹਿਤ ਜੋ ਹੈ। ਐਸਾ ਨਿਰੰਜਨ ਪਰਮਾਤਮਾ ਜਿਹੜਾ ਹੈ, ਇਹ ਗੁਰੂ ਦੀ ਕਿਰਪਾ ਜੇ ਹੋ ਜਾਵੇ ਤੇ ਮੈਂ ਤਨ ਤੇ ਮਨ ਗੁਰੂ ਨੂੰ ਸਮਰਪਣ ਕਰ ਦਿਆਂ, ਪ੍ਰਭੂ ਦੇ ਭੇਟ ਕਰ ਦਿਆਂ, ਤੇ ਤਾਂ ਉਸ ਨਿਰੰਜਨ ਮਾਇਆ ਰਹਿਤ ਜੋ ਹੈ, ਕਾਲਕ ਰਹਿਤ ਜੋ ਪਤੀ ਪਰਮਾਤਮਾ ਹੈ, ਉਸ ਨੂੰ ਪਾ ਸਕਦਾ। ਤੇ ਨਹੀਂ ਤੇ ਭਗਤ ਰਵਿਦਾਸ ਜੀ ਕਹਿੰਦੇ ਨੇ ਪੂਜਾ ਅਰਚਾ ਆਹੇ ਨ ਤੋਰੀ, ਕਹਿ ਰਵਿਦਾਸ ਕਵਨ ਗਤ ਮੋਰੀ। ਕਹਿੰਦੇ ਮੈਨੂੰ ਪੂਜਾ ਤੇ ਅਰਚਨਾ ਕਰਨ ਦੀ ਕੋਈ ਜਾਚ ਨਹੀਂ, ਮੈਨੂੰ ਨਹੀਂ ਪਤਾ ਕਿਸ ਤਰ੍ਹਾਂ ਪੂਜਾ ਕਰਨੀ ਹੈ। ਤੇ ਹੇ ਪ੍ਰਭੂ ਪਰਮਾਤਮਾ ਜੀ, ਤੁਹਾਡੇ ਤੋਂ ਬਿਨਾਂ ਮੇਰੀ ਕੀ ਗੱਲ ਹੋ ਸਕਦੀ ਹੈ, ਮੇਰਾ ਕੀ ਹਾਲ ਹੋ ਸਕਦਾ ਹੈ, ਇਹ ਤੇ ਤੁਸੀਂ ਜਾਣਦੇ ਹੋ। ਪੂਜਾ ਅਰਚਾ ਆਹੇ ਨ ਤੋਰੀ, ਕਹਿ ਰਵਿਦਾਸ ਕਵਨ ਗਤ ਮੋਰੀ। ਹੇ ਪ੍ਰਭੂ ਪਰਮਾਤਮਾ ਜੀ, ਮੈਨੂੰ ਨਹੀਂ ਤੁਹਾਡੀ ਪੂਜਾ ਅਰਚਨਾ ਕਰਨ ਦੀ ਜਾਚ, ਕਿਉਂਕਿ ਜਿਤਨੀਆਂ ਸਮੱਗਰੀਆਂ ਨੇ, ਜਿਤਨੇ ਪੂਜਾ ਦੇ ਸਾਧਨ ਨੇ, ਸਾਰੇ ਝੂਠੇ ਨੇ, ਸਾਰਿਆਂ ਵਿੱਚ ਮਿਲਾਵਟ ਹੈ, ਸਾਰੇ ਝੂਠੇ ਕੀਤੇ ਹੋਏ ਨੇ। ਤੇ ਮੇਰੇ ਕੋਲ ਕੋਈ ਪ੍ਰੇਮ ਭੇਟਾ ਤੋਂ ਇਲਾਵਾ ਕੋਈ ਹੋਰ ਸਮੱਗਰੀ ਮੈਨੂੰ ਨਜ਼ਰ ਨਹੀਂ ਆਉਂਦੀ ਜੋ ਮੈਂ ਤੁਹਾਡੀ ਹਜ਼ੂਰੀ ਵਿੱਚ ਲੈ ਕੇ ਆਵਾਂ। ਸਿਰਫ ਇਹੀ ਬਚਦਾ ਹੈ ਕਿ ਤਨ ਤੇ ਮਨ ਜਿਹੜਾ ਹੈ ਉਹ ਪ੍ਰਭੂ ਪਰਮਾਤਮਾ ਦੇ ਭੇਟ ਕੀਤਾ ਜਾਵੇ। ਸਤਿਗੁਰੂ ਪਾਤਸ਼ਾਹ ਨੇ ਸਾਧ ਸੰਗਤ ਜੀ ਸਾਨੂੰ ਜੋ ਉਪਦੇਸ਼ ਦਿੱਤਾ ਹੈ ਉਹ ਇਹ ਹੈ ਕਿ ਅਸੀਂ ਕਰਮ ਕਾਂਡੀ ਨਹੀਂ ਬਣਨਾ। ਅਸੀਂ ਕੇਵਲ ਇੱਥੋਂ ਤੱਕ ਮਕਸਦ ਆਪਣਾ ਖਤਮ ਨਹੀਂ ਕਰਨਾ ਕਿ ਅਸੀਂ ਫੁੱਲ ਭੇਟਾ ਕਰ ਦਿੱਤੇ ਜਾਂ ਦੁੱਧ ਦੇ ਨਾਲ ਆਪਣੇ ਇਸ਼ਟ ਦਾ ਇਸ਼ਨਾਨ ਕਰਵਾ ਦਿੱਤਾ। ਲੱਖਾਂ ਮਣ ਦੁੱਧ ਜਿਹੜਾ ਹੈ ਉਹ ਆਪਣੇ ਇਸ਼ਟ ਨੂੰ ਇਸ਼ਨਾਨ ਕਰਾਉਣ ਵਾਸਤੇ ਅਸੀਂ ਬਰਬਾਦ ਕਰ ਦਿੰਦੇ ਹਾਂ। ਅਸੀਂ ਜਲ ਦੇ ਨਾਲ ਇਸ਼ਨਾਨ ਕਰਵਾਉਂਦੇ ਹਾਂ, ਲੇਕਿਨ ਅਸੀਂ ਸਮਝਦੇ ਹਾਂ ਸਾਡੀ ਇੱਥੋਂ ਤੱਕ ਸਾਡਾ ਕੰਮ ਖਤਮ ਹੋ ਗਿਆ ਹੈ। ਪਰ ਨਹੀਂ, ਇਹ ਇੱਕ ਪੂਜਾ ਦਾ ਸਾਧਨ ਹੋ ਸਕਦੇ ਨੇ, ਇਹ ਪੂਜਾ ਦੀ ਸਮੱਗਰੀ ਹੋ ਸਕਦੀ ਹੈ, ਲੇਕਿਨ ਸੰਪੂਰਨ ਪੂਜਾ ਨਹੀਂ। ਪੂਜਾ ਕਹਿੰਦੇ ਸਨਮਾਨ ਤੇ ਸਤਿਕਾਰ ਆਪਣੇ ਇਸ਼ਟ ਦਾ ਕਰਨਾ। ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਫਿਰ ਸਿਧਾਂਤ ਬਖਸ਼ਿਸ਼ ਕੀਤਾ ਹੈ, ਤਨ ਮਨ ਅਰਪੋ ਪੂਜ ਚਰਾਵੋ, ਗੁਰ ਪ੍ਰਸਾਦ ਨਿਰੰਜਨ ਪਾਵੋ। ਤਨ ਤੇ ਮਨ ਜਿਹੜਾ ਹੈ ਗੁਰੂ ਨੂੰ ਸਮਰਪਿਤ ਕਰ ਦੇਣਾ। ਤੇ ਜਦੋਂ ਤਨ ਤੇ ਮਨ ਅਸੀਂ ਗੁਰੂ ਦੇ ਸਮਰਪਿਤ ਕਰਾਂਗੇ ਤੇ ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਤੇਰੀ ਪੂਜਾ ਜਿਹੜੀ ਉਹ ਥਾਏ ਪਏਗੀ। ਉਹ ਕਿਵੇਂ? ਸਤਿਗੁਰੂ ਪਾਤਸ਼ਾਹ ਕਹਿੰਦੇ ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ। ਜਿਹੜਾ ਠਾਕੁਰ ਕਾ ਸੇਵਕ ਹੈ, ਆਗਿਆਕਾਰੀ ਹੋ ਕੇ ਚੱਲਦਾ ਹੈ, ਹੁਕਮ ਮੰਨਦਾ ਹੈ, ਕਿਉਂਕਿ ਉਹਨੇ ਤਨ ਤੇ ਮਨ ਪ੍ਰਭੂ ਨੂੰ ਸਮਰਪਿਤ ਕਰ ਦਿੱਤਾ ਹੈ। ਉਹ ਆਗਿਆ ਦੇ ਵਿੱਚ ਜਿਹੜਾ ਚੱਲਦਾ ਹੈ, ਠਾਕੁਰ ਦੀ ਆਗਿਆ ਦੇ ਵਿੱਚ ਜਿਹੜਾ ਚੱਲਦਾ ਹੈ, ਉਹ ਸਦਾ ਪੁਜਾਰੀ ਹੈ। ਠਾਕੁਰ ਕਾ ਸੇਵਕ ਸਦਾ ਪੁਜਾਰੀ। ਉਹ ਦਿਨਾਂ ਵਾਰਾਂ ਦੀ ਵਿਚਾਰ ਨਹੀਂ ਕਰਦਾ ਵੀ ਮੈਂ ਇਸ ਦਿਨ ਪੂਜਾ ਕਰਨੀ। ਕਈ ਖਾਸ ਦਿਨ ਨਿਯਤ ਕੀਤੇ ਜਾਂਦੇ ਨੇ, ਉਸੇ ਦਿਨ ਹੀ ਪੂਜਾ ਕਰਨ ਵਾਸਤੇ ਕਿਹਾ ਜਾਂਦਾ ਹੈ ਵੀ ਇਸ ਦਿਨ ਪੂਜਾ ਕਰੋ, ਇਸ ਦਿਨ ਪੂਜਾ ਕਰੋ। ਲੇਕਿਨ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਠਾਕੁਰ ਦਾ ਸੇਵਕ ਹੈ ਉਹ ਹੁਕਮ ਦੇ ਵਿੱਚ ਚੱਲਦਾ ਹੈ, ਆਗਿਆ ਦੇ ਵਿੱਚ ਚੱਲਦਾ ਹੈ। ਹੁਕਮ ਮੰਨੀਏ ਹੋਵੇ ਪ੍ਰਵਾਨ, ਤਾਂ ਖਸਮੇ ਕਾ ਬਹਿਣ ਪਾਏ। ਫਿਰ ਉਹਨੂੰ ਇਹ ਧਿਆਨ ਹੋ ਜਾਂਦਾ ਹੈ ਕਿ ਜਿਹੜੇ ਫੁੱਲ ਮੈਂ ਤੋੜ ਰਿਹਾ, ਜਿਹੜੇ ਪੱਤੇ ਮੈਂ ਤੋੜ ਕੇ ਪ੍ਰਭੂ ਪਰਮਾਤਮਾ ਦੀ ਹਜ਼ੂਰੀ ਵਿੱਚ ਰੱਖ ਰਿਹਾ, ਪਾਵਨ ਸ਼ਬਦ ਆਉਂਦਾ ਹੈ, ਮਾਲਣ ਜਿਹੜੀ ਹੈ ਉਹ ਪੱਤੇ ਤੋੜਦੀ ਹੈ, ਫੁੱਲ ਤੋੜਦੀ ਹੈ ਕਿ ਮੈਂ ਮੂਰਤ ਦੇ ਅੱਗੇ ਭੇਟਾ ਕਰਨੀ। ਪਾਤੀ ਤੋਰੇ ਮਾਲਨੀ ਪਾਤੀ ਪਾਤੀ ਜੀਓ,
जिस पाहन को पाती तोरे सो पाहन निर्जीओ। कहते मालन जिहड़ी है वो पत्ते तोड़दी है, फुल तोड़दी है ते पत्तियां दे विच जिंद है। पाती पाती जीओ, हर पत्ते दे विच जिंद है। लेकिन मालन नूं इह पता नहीं जिस पाहन को पाती तोड़े कि जिस पाहन वास्ते, जिस पत्थर दे वास्ते मैं पत्ते तोड़ रही हां, फुल तोड़ रही हां, वो पाहन जिहड़ा है वो निर्जीव है, वो सजीव नहीं है। जिहड़ा पत्ता है वो सजीव ओहदे अंदर जिंद है। लेकिन जिस पत्थर दी खातर फुल तोड़ रहे हैं, जिस पत्थर दी खातर असीं पत्ते तोड़ रहे हैं, वो मालन जिहड़ी वो भुल दे विच है। पाती तोरे मालनी पाती पाती जीओ, जिस पाहन को पाती तोरे सो पाहन निर्जीओ। भुली मालनी है एओ सतगुर जागता है। मालन भुली हुई है, उन्होंने पता ही नहीं कि जेड़ा सतगुरु है वो जागदा देव है, वो जागदा है, हर थां ते हाजर नाजर है, उसकी पूजा करनी है। फिर अगे अंगत है ब्रह्मा जेड़ा है, ब्रह्मा विष्णु महेश तीन देवते, उन्हां नूं खुश करन वास्ते फुल तोड़े जांदे ते बाणी दे विच पावन शब्द आउंदा है कि जेड़ा ब्रह्मा है वो फुल है। फूल शंकर देव, ब्रह्मचारी फूल शंकर देव ते कहंदे भगत गुरबाणी विच फरमान करदे ने भगत जी कि कहंदे तीन देव परतख तोरे करे किसकी सेव। ये तीन देव तुसीं तोड़ दिते, परतख फुल भी तोड़ दिता, टाणी भी तोड़ दिती, पत्ता भी तोड़ दिता ते करे किसकी सेव, सेवा भी करनी। तो उन्हां पत्तियां दे विच भी रब है, उन्हां फुल्लां दे विच भी रब है। तो सतगुरु पातशाह जी कहंदे भाई ਇਹ ਸਮਗਰੀ ਜਿਹਨੂੰ ਅਸੀਂ ਪੂਜਾ ਦੀਆਂ ਸਮਗਰੀਆਂ ਮਿਲਦੇ ਆ, ਇਹ ਇੱਕ ਪੂਜਾ ਸੰਪੂਰਨ ਪੂਜਾ ਨਹੀਂ ਹੈ। ਇਹ ਇੱਕ ਸ਼ੁਰੂਆਤ ਹੋ ਸਕਦੀ ਹੈ, ਸਾਧਨ ਹੋ ਸਕਦਾ ਹੈ ਉਧਰ ਨੂੰ ਚੱਲਣ ਦਾ, ਪਰ ਨਹੀਂ। ਸੰਪੂਰਨਤਾ ਜਿਹੜੀ ਹੈ ਉਹ ਆਪਣੇ ਆਪੇ ਨੂੰ ਪਰਮਾਤਮਾ ਦੀ ਹਜ਼ੂਰੀ ਵਿੱਚ ਸਮਰਪਿਤ ਕਰਦੇ ਨੇ। ਇਸ ਨੂੰ ਪਾਤਸ਼ਾਹ ਜੀ ਹੋਰ ਪ੍ਰਮਾਣ ਨਾਲ ਸਮਝਾਉਂਦੇ ਹਨ। पूजा कीचै नाम त्याईऐ, बिन नामै पूजना होए। कहंदे पूजा जिहड़ी है, पूजा करनी है ते नाम ध्याना करो। नाम ध्याओगे ना, परमात्मा नूं याद रखोगे, फिर तुहाडी पूजा जिहड़ी वो प्रवान है। नहीं ते बिना नाम तो सतगुरु पातशाह कहंदे बिन नामै पूज ना होए। बिना नाम तो पूजा नहीं हो सकती। जे नाम नहीं जपिया, परमात्मा नूं याद नहीं रखिया, ते एक खावे वाली पूजा बन जाएगी, एक कर्म कांड बन जाएगा। अज संसार की बहु गिनती जिहड़ी है वो केवल इत्थों तक सिमट के रह गई है कि जे असीं फुल अर्पण कर दिते, हार पहना दिते अपने इष्ट दे गल दे विच, ते आपां समझने साडी पूजा संपूर्ण हो गई। जे 36 प्रकार का भोजन तैयार करके असीं अर्पण कर दिता, भोग लवा दिता, ते असीं कहंदे ठाकुर खुश हो गया, साडी पूजा जिहड़ी संपूर्ण हो गई है। जां असीं तीर्थ इशनान कर लिया, ये समझ लेने हुण साडी पूजा जिहड़ी है संपूर्ण हो गई है। पर सतगुरु पातशाह कहंदे नहीं, पूजा कीचै नाम ध्याईऐ, बिन नामै पूज न होए। बिना नाम तो पूजा नहीं। जिन्ना चिर असीं परमात्मा नूं हाज़र नाज़र नहीं जानते, परमात्मा नूं अंग संग नहीं जानते, उन्ना चिर ये पूजा विखावे की पूजा है, ये प्रवान नहीं है। तो गुरु पातशाह जी सानूं पावन गुरबाणी दे विच ये उपदेश करके समझाउंदे हन कि जेड़ा ठाकुर का सेवक है वो ते सदा पुजारी है। जेड़ा आज्ञा दे विच रहंदा है, हुक्म दे विच रहंदा है, ठाकुर का सेवक आज्ञाकारी, ठाकुर का सेवक सदा पुजारी। वो हर थां ते परमात्मा नूं हाज़र नाज़र जानदा है, वो परमात्मा नूं आपा समर्पित कर दिंदा है,
ਉਹ ਤਨ ਤੇ ਮਨ ਜਿਹੜਾ ਹੈ ਉਹ ਪ੍ਰਮਾਤਮਾ ਦੇ ਭੇਟ ਕਰ ਦਿੰਦਾ ਹੈ। ਉਹ ਇਹ ਸਮਝਦਾ ਹੈ ਕਿ ਦੁਨਿਆਵੀ ਚੀਜ਼ਾਂ ਜਿਹੜੀਆਂ ਨੇ, ਦੁਨਿਆਵੀ ਵਸਤੂਆਂ ਜਿਹੜੀਆਂ ਨੇ ਉਹ ਤੁੱਛ ਨੇ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਬੇਅੰਤ ਹੈ। ਉਹਦੀਆਂ ਬਣਾਈਆਂ ਹੋਈਆਂ ਵਸਤੂਆਂ, ਉਹਦੀਆਂ ਬਣਾਈਆਂ ਹੋਈਆਂ ਚੀਜ਼ਾਂ ਅਸੀਂ ਉਹਨੂੰ ਹੀ ਸਮਰਪਿਤ ਕਰਕੇ ਅਸੀਂ ਸੋਚਦੇ ਹਾਂ ਵੀ ਸ਼ਾਇਦ ਅਸੀਂ ਉਸ ਦੀ ਪੂਜਾ ਕਰ ਦਿੱਤੀ। ਜਦੋਂ ਜਗਨਨਾਥਪੁਰੀ ਦੀ ਧਰਤੀ ਤੇ ਸਤਿਗੁਰੂ ਪਾਤਸ਼ਾਹ ਜੀ ਗਏ ਨੇ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੇ ਉੱਥੋਂ ਦੇ ਪੁਜਾਰੀ ਜਿਹੜੇ ਸੀ ਉਹ ਦੀਵੇ ਜਗਾ ਕੇ ਆਰਤੀ ਕਰ ਰਹੇ ਸੀ। ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਕਿਹਾ, ਭਾਈ ਕੀ ਕਰ ਰਹੇ ਹੋ? ਕਹਿੰਦੇ ਅਸੀਂ ਜਗਨਨਾਥ ਦੀ ਪੂਜਾ ਕਰਦੇ ਆ, ਇਹ ਦੀਵੇ ਜਗਾ ਕੇ ਆਰਤੀ ਕਰ ਰਹੇ ਆ, ਫੁੱਲਾਂ ਦੀ ਵਰਖਾ ਹੋ ਰਹੀ ਹੈ, ਸੁਗੰਧੀਆਂ ਛਿੜਕੀਆਂ ਜਾ ਰਹੀਆਂ ਨੇ, ਹਾਰ ਪਹਿਨਾਏ ਜਾ ਰਹੇ ਨੇ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਭਾਈ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਵਸਤੂਆਂ ਉਹਨੂੰ ਹੀ ਸਮਰਪਿਤ ਕਰਕੇ ਉਹਦੇ ਅੱਗੇ ਭੇਟ ਕਰਕੇ ਤੇ ਤੁਸੀਂ ਇਹ ਗੱਲ ਕਹੋ ਕਿ ਅਸੀਂ ਪੂਜਾ ਕਰ ਲਈ ਹੈ, ਇਹ ਕੁਝ ਮੈਂ ਨਹੀਂ ਰੱਖਦੀ। ਉਹਦੀ ਪੂਜਾ ਦੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਖੁਦ ਹੋ ਰਹੀ ਹੈ। ਉੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ, ਉਹਨਾਂ ਪੁਜਾਰੀਆਂ ਨੂੰ ਸਮਝਾਇਆ ਜੋ ਸਾਡੀ ਕੁੱਲ ਮਖਲੂਕਾਤ ਵਾਸਤੇ ਗਿਆਨ ਦਾ ਉਪਦੇਸ਼ ਹੈ, ਸਾਡੇ ਸਾਰਿਆਂ ਵਾਸਤੇ ਹੈ ਕਿ ਗਗਨ ਮੈਂ ਥਾਲ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਵਾਲਾ ਜੋ ਸ਼ਬਦ ਹੈ ਕਿ ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਆਟੋਮੈਟਿਕ ਪੂਜਾ ਹੋ ਰਹੀ ਹੈ। ਆਪਣੇ ਆਪ ਪਰਮਾਤਮਾ ਦੀ ਪੂਜਾ, ਇਹ ਬਨਸਪਤੀ, ਇਹ ਫੁੱਲ ਜਿਹੜੇ ਹਵਾ ਚੌੜ ਕਰ ਰਹੀ ਹੈ, ਗਗਨ ਰੂਪੀ ਥਾਲ ਜਿਹੜਾ ਉਹਦੇ ਵਿੱਚ ਤਾਰੇ ਜਿਹੜੇ ਹਨ ਉਹ ਦੀਵੇ ਹਨ ਤੇ ਆਟੋਮੈਟਿਕ ਉਸ ਪਰਮਾਤਮਾ ਦੀ ਪੂਜਾ ਹੋ ਰਹੀ ਹੈ। ਜਦੋਂ ਆਪਾਂ ਸ਼ਬਦ ਪੜ੍ਹਦੇ ਹਾਂ ਨਾ ਪਾਵਨ ਗੁਰਬਾਣੀ ਤੇ ਆਉਂਦਾ ਹੈ ਪਾਵਨ ਪਾਤਸ਼ਾਹ ਦੇ ਉਪਦੇਸ਼ ਸਾਨੂੰ ਬਖਸ਼ਿਸ਼ ਕਰਦੇ ਹਨ। ਗਾਵਣ ਤੁਧ ਨੂੰ ਪੌਣ ਪਾਣੀ ਪੈ ਸੰਤਰ ਗਾਵੇ ਰਾਜਾ ਧਰਮ ਦੁਆਰੇ, ਗਾਵਣ ਤੁਧ ਨੂੰ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਇਹ ਸਾਰੇ ਗਾਉਂਦੇ ਨੇ। ਫੁੱਲ ਵੀ ਗਾ ਰਹੇ ਨੇ, ਪਾਣੀ ਵੀ ਗਾ ਰਿਹਾ ਹੈ, ਝਰਨੇ ਵੀ ਗਾ ਰਹੇ ਨੇ, ਨਦੀਆਂ ਨਾਲੇ ਵੀ ਗਾ ਰਹੇ ਨੇ ਉਸ ਪਰਮਾਤਮਾ ਨੂੰ। ਜੀਵ ਜੰਤੂ ਪਸ਼ੂ ਪਕਸ਼ੀ ਪੇੜ ਪੌਦੇ ਇਹ ਸਾਰੇ ਉਸ ਪਰਮਾਤਮਾ ਨੂੰ ਗਾਉਂਦੇ ਨੇ। ਪਹਾੜ ਵੀ ਗਾਉਂਦੇ ਨੇ, ਪੱਥਰ ਵੀ ਗਾਉਂਦੇ ਨੇ। ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਪੂਜਾ ਆਟੋਮੈਟਿਕ ਕਰ ਰਹੇ ਨੇ, ਉਹ ਸਾਰੇ ਧਿਆਉਂਦੇ ਨੇ। ਤੇ ਮਨੁੱਖ ਜਿਹੜਾ ਹੈ ਉਹ ਸਤਿਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਉਹਨਾਂ ਵਸਤੂਆਂ ਨੂੰ ਹੀ ਭੇਟ ਕਰਕੇ ਆਪਣਾ ਵੱਡਪਣ ਸਮਝਦਾ ਵੀ ਸ਼ਾਇਦ ਮੈਂ ਪੂਜਾ ਕਰ ਲਈ ਹੈ, ਪਰ ਪਾਤਸ਼ਾਹ ਇਸ ਪੂਜਾ ਦੇ ਉੱਤੇ ਖੁਸ਼ ਨਹੀਂ ਹੁੰਦੇ। ਇੱਥੇ ਪੂਜਾ ਵਿਖਾਵੇ ਦੀ ਨਹੀਂ, ਇੱਥੇ ਪੂਜਾ ਜਿਹੜੀ ਪ੍ਰੇਮ ਦੀ ਭੇਟਾ ਦੀ ਹੈ। ਇੱਥੇ ਪੂਜਾ ਜਿਹੜੀ ਹੈ ਉਹ ਤਨ ਤੇ ਮਨ ਨੂੰ ਸਮਰਪਿਤ ਕਰਕੇ ਪੂਜਾ ਹੋ ਸਕਦੀ ਹੈ। ਤੋ ਐਸੀ ਪੂਜਾ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਦੱਸਿਆ ਹੈ, ਉਪਦੇਸ਼ ਦਿੱਤਾ ਹੈ। ਠਾਕੁਰ ਦਾ ਸੇਵਕ ਆਗਿਆਕਾਰੀ, ਕਿ ਜਿਹੜਾ ਠਾਕੁਰ ਦਾ ਸੇਵਕ ਆਗਿਆ ਦੇ ਵਿੱਚ ਰਹਿੰਦਾ, ਹੁਕਮ ਮੰਨਦਾ ਹੈ, ਉਹ ਸਦਾ ਪੁਜਾਰੀ ਹੈ। ਠਾਕੁਰ ਦਾ ਸੇਵਕ ਆਗਿਆਕਾਰੀ, ਠਾਕੁਰ ਦਾ ਸੇਵਕ ਸਦਾ ਪੁਜਾਰੀ। ਤੇ ਹਮੇਸ਼ਾ ਇਹ ਯਾਦ ਕਰੀਏ ਔਰ ਇਹ ਯਾਦ ਰੱਖੀਏ ਕਿ ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਵੈ ਪੂਜ ਨ ਹੋਏ। ਜੇ ਪੂਜਾ ਕਰਨੀ ਹੈ ਤੇ ਵਿਖਾਵੇ ਦੀ ਪੂਜਾ ਨਹੀਂ, ਬਿਨਾਂ ਨਾਮ ਤੋਂ ਪਰਮਾਤਮਾ ਦੀ ਪੂਜਾ ਨਹੀਂ ਹੋ ਸਕਦੀ। ਪਰਮਾਤਮਾ ਨੂੰ ਯਾਦ ਕਰੀਏ, ਪਰਮਾਤਮਾ ਦੇ ਨਾਲ ਪ੍ਰੇਮ ਕਰੀਏ। ਇਹ ਪਰਮਾਤਮਾ ਦੀ ਹਜ਼ੂਰੀ ਵਿੱਚ ਆਪਣੇ ਆਪ ਨੂੰ ਅਰਪਣ ਕਰ ਦਈਏ। ਜੇ ਕੋਈ ਵਸਤੂਆਂ ਜਿੱਥੇ ਲੋੜ ਹੈ, ਜਿੱਥੇ ਕੋਈ ਗਰੀਬ ਹੈ, ਉਹਨੂੰ ਜਲ ਛਕਾਓ। ਸ਼ਬੀਲ ਦੇ ਉੱਤੇ ਜਿਨ੍ਹਾਂ ਨੂੰ ਲੋੜ ਹੈ ਪਿਆਸੇ ਨੂੰ ਜਲ ਛਕਾਓ, ਗਰੀਬ ਨੂੰ ਭੁੱਖੇ ਨੂੰ ਭੋਜਨ ਦਿਓ, ਜਿਹੜਾ ਨੰਗਾ ਹੈ ਉਸ ਨੂੰ ਵਸਤਰ ਦਿਓ। ਜਿੱਥੇ ਲੋੜ ਹੈ ਉਹ ਸਮੱਗਰੀ ਉੱਥੇ ਅਰਪਣ ਕਰਨੀ ਚਾਹੀਦੀ ਹੈ।
ਪਰ ਉਸ ਨੂੰ ਸੰਪੂਰਨ ਪੂਜਾ ਨਹੀਂ ਮੰਨਿਆ ਜਾ ਸਕਦਾ। ਸੰਪੂਰਨ ਪੂਜਾ ਇਹ ਹੈ ਕਿ ਜੋ ਆਪੇ ਨੂੰ ਸਮਰਪਿਤ ਕਰਕੇ ਤਨ ਤੇ ਮਨ ਜਿਹੜਾ ਹੈ ਉਹ ਗੁਰੂ ਨੂੰ ਸਮਰਪਿਤ ਕਰ ਦੇਣਾ, ਪ੍ਰਭੂ ਪਰਮਾਤਮਾ ਦੇ ਸਮਰਪਿਤ ਕਰ ਦੇਣਾ। ਇਤਨੀ ਵਿਚਾਰ ਪ੍ਰਵਾਨ ਕਰਨੀ, ਇਹ ਸੀ ਸਤਿਕਾਰਯੋਗ ਭਗਤ ਰਵਿਦਾਸ ਜੀ ਦੀ ਪਾਵਨ ਬਾਣੀ ਦੇ ਸ਼ਬਦ ਦੀ ਵਿਚਾਰ ਕਿ ਆਪਾਂ ਪੂਜਾ ਕਿਵੇਂ ਕਰ ਸਕਦੇ ਹਾਂ। ਵਿਖਾਵੇ ਦੀ ਪੂਜਾ ਕਰਮ ਕਾਂਡ ਨੂੰ ਛੱਡ ਕੇ ਸਤਿਗੁਰੂ ਪਾਤਸ਼ਾਹ ਦੇ ਬਖਸ਼ਿਸ਼ ਕੀਤੇ ਹੋਏ ਸਿਧਾਂਤ ਨੂੰ ਅਪਣਾਈਏ ਔਰ ਆਪਣਾ ਜੀਵਨ ਸਫਲ ਕਰੀਏ। ਭੁੱਲ ਚੁੱਕ ਦੀ ਖਿਮਾ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਜੀ। ਪ੍ਰਵਾਨੋ ਫਤਿਹ ਸਾਰੇ ਰਲ ਮਿਲ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।